ਆਓ ਸਭ ਤੋਂ ਪਹਿਲਾਂ ਦੇਣ ਦਿਆਲ ਸਤਿਗੁਰੂ ਪਰ ਉਪਕਾਰੀ ਸਤਿਗੁਰੂ ਘਾਟ ਘਾਟ ਕੇ ਅੰਤਰ ਕੀ ਜਾਣਤ ਸਤਿਗੁਰੂ ਉਹਨਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਅਵਤਾਰ। ਆਓ ਸ਼ੁਰੂ ਕਰੀਏ। ਸਿੱਖ ਧਰਮ ਵਿੱਚ ਕਿਸੇ ਅਵਤਾਰ ਪੈਗੰਬਰ ਆਦਿਕ ਦੀ ਨਿੰਦਾ ਨਹੀਂ ਹੈ ਔਰ ਨਾ ਕਿਸੇ ਉਪਕਾਰੀ ਔਰ ਸ੍ਰੇਸ਼ਟ ਪੁਰਸ਼ ਦੀ ਕਿਸੇ ਪ੍ਰਕਾਰ ਨਿਊਨਤਾ ਦੱਸੀ ਗਈ ਹੈ। ਕੇਵਲ ਇਹ ਉਪਦੇਸ਼ ਹੈ ਕਿ ਵਾਹਿਗੁਰੂ ਜਨਮ ਮਰਨ ਤੋਂ ਰਹਿਤ ਹੈ ਔਰ ਉਪਾਸ਼ਨਾ ਯੋਗ ਹੈ। ਅਵਤਾਰ ਆਦਿਕ ਸਭ ਉਸ ਦੇ ਆਗਿਆਕਾਰੀ ਬੰਦੇ ਹਨ, ਪਰ ਆਪ ਅਵਤਾਰਾਂ ਨੂੰ ਈਸ਼ਵਰ ਦਾ ਰੂਪ ਮੰਨਦੇ ਔਰ ਉਹਨਾਂ ਦੀ ਉਪਾਸ਼ਨਾ ਕਰਦੇ ਹੋ। ਪਰ ਸਿੱਖ ਧਰਮ ਵਿੱਚ ਇਹ ਕਥਨ ਕੀਤਾ ਗਿਆ ਹੈ, ਅਵਤਾਰ ਨ ਜਾਣਹਿ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਰਾਮਕਲੀ ਮਹੱਲਾ ਪੰਜਵਾਂ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਭੈਰੋ ਮਹੱਲਾ ਪੰਜਵਾਂ। ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ। ਤਿਨ ਭੀ ਅੰਤ ਨ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ। ਆਸਾ ਮਹੱਲਾ ਤੀਜਾ। ਕੋਟ ਬਿਸ਼ਨ ਅਵਤਾਰ ਸ਼ੰਕਰ ਜਟਾ ਧਾਰ। ਚਾਹੇ ਤੁਝੇ ਦਇਆਰ ਮਨ ਤਨ ਰੋਚ ਪਾਰ। ਆਸਾ ਸ਼ੰਤ ਮਹੱਲਾ ਪੰਜਵਾਂ। ਅੰਗ 455। 10 ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਧੂਤਾ। ਮਹਾਦੇਵ ਅਵਧੂਤਾ ਤਿੰਨ ਭੀ ਅੰਤ ਨ ਪਾਇਓ ਤੇਰਾ। ਲਾਏ ਥਕੇ ਵਿਭੂਤਾ। ਸੂਹੀ ਮਹੱਲਾ ਪੰਜਵਾਂ। 10 ਅਵਤਾਰ ਕਿਹੜੇ ਹਨ? ਮੱਛ ਕੱਛ ਵੈਰਾਹ ਨਰਸਿੰਘ ਬਾਵਨ ਬੁੱਧ ਪਰਸਰਾਮ ਰਾਮਚੰਦਰ ਕ੍ਰਿਸ਼ਨ ਅਤੇ ਕਲਕੀ। ਬਿਨ ਕਰ ਤਾਰ ਨ ਕੀਰਤਮ ਮਾਨੋ। ਆਦ ਅਜੋਨ ਅਜੈ ਅਵਿਨਾਸੀ ਤੇਹ ਪਰਮੇਸ਼ਰ ਜਾਨੋ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ। ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ। ਪੌਤਰ ਤੋਂ ਭਾਵ ਭਾਈ ਨੰਦ ਲਾਲ ਜੀ ਤੋਸੀ ਫੋਸਨਾ ਵਿੱਚ ਲਿਖਦੇ ਹਨ, ਮਰ ਊ ਰਾ ਨ ਮਾਦਰਮ ਊ ਰਾ ਪਿਦਰ। ਨਾ ਊ ਰਾ ਬਿਰਾਦਰ ਨਾ ਊ ਰਾ ਪਿਸਰ। ਕੌਨ ਕਾਜ ਕਹਾਏਂਗੇ ਤੇ ਆਨ ਦੇਵਕ ਨੰਦ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ। ਸੋ ਕਿਮ ਮਾਨਸ ਰੂਪ ਕਹਾਏ ਸਿੱਧ ਸਮਾਦ ਸਾਧ ਕਰ ਹਾਰੇ। ਕਿਉਹੂ ਨਾ ਦੇਖਣ ਪਾਏ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ। ਜਾਕਰ ਰੂਪ ਰੰਗ ਨਹਿ ਜਨੀਅਤ ਸੋ ਕਿਮ ਸਿਆਮ ਕਹੈ ਹੈ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ। 10ਵੇਂ ਪਾਤਸ਼ਾਹ ਦੇ 33 ਸਵਈਆਂ ਵਿੱਚ ਲਿਖਿਆ ਹੈ, ਕਾਹੂ ਨੇ ਰਾਮ ਕਹਿਓ ਕ੍ਰਿਸ਼ਨਾ ਕਹੋ। ਕਾਹੂ ਮਨੈ ਅਵਤਾਰਨ ਮਾਨਿਓ। ਫੋਕਟ ਧਰਮ ਵਿਸਾਰ ਸਬੈ। ਕਰਤਾਰ ਹੀ ਕਉ ਕਰਤਾ ਜੀ ਜਾਣਿਓ। ਕਾਹੇ ਕੋ ਏਸ ਮਹੇਸਹਿ ਭਾਖਤ। ਕਾਹੇ ਦਿਜੇਸ ਕੋ ਏਸ ਬਖਾਨਿਓ। ਦਿਜੇਸ ਤੋਂ ਭਾਵ ਬ੍ਰਹਮਾ। ਹੈ ਨਾ ਰਗਵੇਸ ਜਦਵੇਸ ਰਮਾਪਤ। ਰਗਵੇਸ ਰਾਮਚੰਦਰ ਜਦਵੇਸ ਕ੍ਰਿਸ਼ਨ ਰਮਾਪਤ ਵਿਸ਼ਨੂੰ। ਹੈ ਨਾ ਰਗਵੇਸ ਜਦਵੇਸ ਰਮਾਪਤ ਤੈ ਜਿਨ ਕੋ ਵਿਸ਼ਵਨਾਥ ਪਛਾਨਿਓ। ਅੰਤ ਮਰੇ ਪਛੁਤਾਏ ਪ੍ਰਿਥਵੀ ਪਰ। ਅੰਤ ਮਰੇ ਪਛੁਤਾਏ ਪ੍ਰਿਥਵੀ ਪਰ। ਜੇ ਜਗ ਮੈਂ ਅਵਤਾਰ ਕਹਾਏ। ਰੇ ਮਨ ਲੈਲ। ਲੈਲ ਤੋਂ ਭਾਵ ਚੰਚਲ। ਰੇ ਮਨ ਲੈਲ ਇਕੇਲ ਹੀ ਕਾਲ ਕੇ। ਲਾਗਤ ਕਾਹੇ ਨਾ।
ਪਾਇਨ ਧਾਏ 33 ਸਵਈਏ। 10 ਅਵਤਾਰ ਆਕਾਰ ਕਰ, ਏਕ ਓੰਕਾਰ ਨਾ ਅਲਖ ਲਖਾਇਆ। ਵਾਰ 16ਵੀਂ ਭਾਈ ਗੁਰਦਾਸ ਜੀ। ਹਿੰਦੂ ਦਾ ਸਵਾਲ, ਜੇ ਆਪ ਦੇ ਮਤ ਵਿੱਚ ਅਵਤਾਰਾਂ ਨੂੰ ਈਸ਼ਵਰ ਰੂਪ ਨਹੀਂ ਮੰਨਿਆ ਔਰ ਉਹਨਾਂ ਦੀ ਉਪਾਸਨਾ ਵਿਧਾਨ ਨਹੀਂ, ਤਾਂ ਦਸਮ ਗ੍ਰੰਥ ਵਿੱਚ ਇਹ ਕਿਉਂ ਲਿਖਿਆ ਹੈ? ਮਥਰਾ ਮੰਡਲ ਕੇ ਬਿਖੈ, ਜਨਮ ਧਰਿਓ ਹਰ ਰਾਏ। ਜੇ ਨਰ ਸਿਆਮ ਜੂ ਕਹਿ ਪਰਸੈ ਪਗ, ਤੇ ਨਰ ਫੇਰ ਨਾ ਦੇਹ ਧਰਾਂਗੇ। ਕ੍ਰਿਸ਼ਨਾ ਅਵਤਾਰ। ਐਸੇ ਹੀ ਹੋਰ ਪ੍ਰਸੰਗ ਬਹੁਤ ਹਨ, ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ 10ਵੇਂ ਗੁਰੂ ਅਵਤਾਰਾਂ ਨੂੰ ਮੰਨਦੇ ਸਨ। ਸਿੱਖ ਦਾ ਜਵਾਬ, ਇਤਿਹਾਸ ਔਰ ਪੁਰਾਣਾਂ ਦੀ ਕਥਾ ਦਾ ਜੋ ਤਰਜਮਾ ਅਥਵਾ ਖੁਲਾਸਾ ਹੋਵੇ, ਉਸ ਨੂੰ ਆਪ ਇਹ ਨਹੀਂ ਆਖ ਸਕਦੇ ਕਿ ਇਹ 10ਵੇਂ ਸਤਿਗੁਰੂ ਦਾ ਸਿੱਖਾਂ ਨੂੰ ਉਪਦੇਸ਼ ਹੈ। ਦਸਮ ਕਥਾ ਭਾਗੋਤ ਕੀ, ਦਸਮ ਕਥਾ ਭਾਗੋਤ ਕੀ। ਭਾਖਾ ਕਰੇ ਬਨਾਏ, ਆਵਰ ਵਾਸਨਾ ਨਾਹੇ ਪ੍ਰਭ। ਧਰਮ ਯੁੱਧ ਕੇ ਚਾਏ। ਕ੍ਰਿਸ਼ਨਾ ਅਵਤਾਰ। ਧਰਮ ਉਪਦੇਸ਼ਮਈ ਬਾਣੀ ਗੁਰੂ ਸਾਹਿਬ ਦੀ ਜਾਪ ਔਰ ਸਵਈਏ ਆਦਿਕ ਭਿੰਨ ਭਿੰਨ ਹੈ, ਜਿਸ ਵਿੱਚ ਕੇਵਲ ਅਕਾਲ ਦੀ ਮਹਿਮਾ ਹੈ ਔਰ ਅਵਤਾਰ ਆਦਿਕਾਂ ਨੂੰ ਉਸ ਦਾ ਦਾਸ ਕਥਨ ਕੀਤਾ ਹੈ। ਹਿੰਦੂ ਦਾ ਸਵਾਲ, ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਰਾਗ ਵਿਖੇ ਇੱਕ ਅਸਤੋਤਰ ਹੈ, ਜਿਸ ਵਿੱਚ ਸਭ ਅਵਤਾਰਾਂ ਦੇ ਨਾਮ ਆਰਾਧਨ ਕਰਨੇ ਦੱਸੇ ਹਨ। ਯਥਾ ਮਧੂਸੂਦਨ ਦਾ ਮੋਦਰ ਸੁਆਮੀ, ਰਿਖੀਕੇਸ ਗੋਵਰਧਨ ਧਾਰੀ। ਮੁਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ। ਜਗਦੀਸ਼ਵਰ ਹਰ ਜੀਓ, ਅਸੁਰ ਸੰਘਾਰੇ। ਧਰਣੀ ਤਰ ਈਸ, ਨਰ ਸਿੰਘ ਨਾਰਾਇਣ। ਦਾੜਾ ਅਗਰੇ, ਪ੍ਰਥਮ ਧਰਾਇਨ। 52 ਰੂਪ ਕੀਆ ਤੁਧ ਕਰਤੇ। ਮਾਰੂ ਸੋਲਹਿ ਮਹੱਲਾ ਪੰਜਵਾਂ। ਅੰਗ 1082। ਸਿੱਖ ਦਾ ਜਵਾਬ, ਪਿਆਰੇ ਹਿੰਦੂ ਭਾਈ, ਗੁਰੂ ਅਰਜਨ ਸਾਹਿਬ ਨੇ ਇਸੇ ਸ਼ਬਦ ਦੇ ਅੰਤ ਵਿੱਚ, ਜਿਸ ਨੂੰ ਆਪ ਅਵਤਾਰਾਂ ਦਾ ਸਰੋਤਰ ਦੱਸਦੇ ਹੋ, ਆਪਣਾ ਮਤ ਪ੍ਰਗਟ ਕਰ ਦਿੱਤਾ ਹੈ ਕਿ ਕੀਰਤਮ ਨਾਮ ਕਥੇ ਤੇਰੇ ਜਿਹਬਾ। ਸਤਨਾਮ ਤੇਰਾ ਪਰਾ ਪੂਰਬਲਾ। ਮਾਰੂ ਸੋਲਹਿ ਮਹੱਲਾ ਪੰਜਵਾਂ। ਅੰਗ 1083। ਮਹਾਰਾਜ ਕਥਨ ਕਰਦੇ ਹਨ ਕਿ हे ਅਕਾਲ, ਉੱਪਰ ਲਿਖੇ ਤੇਰੇ ਕੀਰਤਮ ਅਨੰਤ ਨਾਮ ਕਲਪ ਕੇ ਲੋਕ। ਕਲਪ ਤੋਂ ਭਾਵ ਕਲਪਨਾ ਕਰਕੇ। ਅਨੰਤ ਨਾਮ ਕਲਪ ਕੇ ਲੋਕ ਆਪਣੀ ਬੁੱਧੀ ਔਰ ਨਿਸ਼ਚੈ ਅਨੁਸਾਰ ਕਥਨ ਕਰਦੇ ਹਨ, ਪਰ ਇਹ ਤੇਰੇ ਅਸਲ ਨਾਮ ਨਹੀਂ। ਤੇਰਾ ਆਦ ਔਰ ਸ਼੍ਰੋਮਣੀ ਨਾਮ ਸੱਤ ਹੈ, ਜਿਸ ਦਾ ਅਰਥ ਹੈ ਕਿ ਸਰਬ ਕਾਲਾਂ ਵਿੱਚ ਇੱਕ ਰਸ ਹੋਣ ਵਾਲਾ, ਜਿਸ ਦੀ ਵਿਆਖਿਆ ਗੁਰੂ ਨਾਨਕ ਦੇਵ ਜੀ ਕਰਦੇ ਹਨ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਪਜੀ ਸਾਹਿਬ। ਗੁਰਬਾਣੀ ਵਿੱਚ ਅਨੇਕ ਨਾਮ ਅਜਿਹੇ ਵੀ ਹਨ ਜੋ ਖਾਸ ਅਵਤਾਰ ਔਰ ਦੇਵਤਿਆਂ ਨਾਲ ਸੰਬੰਧ ਰੱਖਦੇ ਹਨ, ਪਰ ਉਹੀ ਨਾਮ ਅਨੇਕ ਸਥਾਨਾਂ ਵਿੱਚ ਗੁਰੂ ਸਾਹਿਬ ਨੇ ਵਾਹਿਗੁਰੂ ਅਰਥ ਵਿੱਚ ਵਰਤੇ ਹਨ। ਇਸੇ ਬਾਤ ਨੂੰ ਯਥਾਰਥ ਸਮਝੇ ਬਿਨਾ ਬਹੁਤ ਲੋਕ ਧੋਖੇ ਵਿੱਚ ਪੈ ਜਾਂਦੇ ਹਨ ਔਰ ਗੁਰਬਾਣੀ ਦੇ ਤੱਤ ਤੋਂ ਖਾਲੀ ਰਹਿੰਦੇ ਹਨ। ਇਸੇ ਤਰ੍ਹਾਂ ਮੁਸਲਮਾਨਾਂ ਦਾ ਅੱਲਾਹ ਨਾਮ ਪੁਰਾਣੇ ਸਮੇਂ ਵਿੱਚ ਇੱਕ ਖਾਸ ਮੂਰਤੀ ਦਾ ਸੀ ਔਰ ਕੁਰਾਨ ਵਿੱਚ ਕੇਵਲ ਅਕਾਲ ਦਾ ਬੋਧਕ ਹੈ। ਔਰ ਅੰਗਰੇਜ਼ੀ ਦਾ ਗੋਡ ਸ਼ਬਦ ਟਿਊਟਨ ਲੋਕ ਦੇਵਤਿਆਂ ਦੇ ਅਰਥ ਵਿੱਚ ਵਰਤਦੇ ਸਨ। ਜਦ ਟਿਊਟਨਾਂ ਨੇ ਈਸਾਈ ਮਤ ਅੰਗੀਕਾਰ ਕੀਤਾ ਤਾਂ ਗੋਡ ਪਦ ਦਾ ਅਰਥ ਪਰਮੇਸ਼ਰ ਹੋਇਆ ਹੈ। ਐਸੇ ਹੀ ਯਹੋਵਾਹ ਪਦ, ਜਿਸ ਨੂੰ ਯਹੂਦੀ ਲੋਕ
ਕੇਵਲ ਪਰਮਾਤਮਾ ਦਾ ਬੋਧਕ ਮੰਨਦੇ ਹਨ। ਪੁਰਾਣੇ ਸਮੇਂ ਵਿੱਚ ਅਸੀਰੀਆ ਦੇ ਖਾਸ ਦੇਵਤਾ ਦਾ ਅਰਥ ਰੱਖਦਾ ਸੀ। ਇਸ ਤਰ੍ਹਾਂ ਅਨੰਤ ਨਾਮ ਅਨੇਕ ਮਤਾਂ ਵਿੱਚ ਹਨ। ਦੇਖੋ, ਇਹਨਾਂ ਸ਼ਬਦਾਂ ਵਿੱਚ ਰਾਮ ਆਦਿਕ ਨਾਮ ਦੇਹਧਾਰੀਆਂ ਦੇ ਹਨ। ਹੋਰ ਕੇਤੇ ਰਾਮ ਰਵਾਲ ਵਾਰ ਆਸਾ ਮਹੱਲਾ ਪਹਿਲਾ। ਰਾਮ ਗਇਓ ਰਾਵਨ ਗਇਓ ਸ਼ਲੋਕ ਮਹੱਲਾ ਨਾਵਾ। ਕੇਤੇ ਕਾਨ ਮਹੇਸ਼ ਜਪਜੀ ਸਾਹਿਬ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਸੂਹੀ ਮਹੱਲਾ ਚੌਥਾ। ਅੰਗ 735। ਪਾਰ ਨਾ ਪਾਏ ਸਕੈ ਪਦਮਾਪਤ ਤਵੈ ਪ੍ਰਸਾਦ ਸਵਈਏ ਅਕਾਲ ਉਸਤਤ। ਔਰ ਇਹਨਾਂ ਸ਼ਬਦਾਂ ਵਿੱਚ ਅਕਾਲ ਬੋਧਕ ਨਾਮ ਹਨ ਜੋ ਕਿ ਪਰਮੇਸ਼ਰ ਲਈ ਵਰਤੇ ਹਨ। ਰਾਮਤ ਰਾਮ ਸਭ ਰਹਿਓ ਸਮਾਏ। ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਵਿਵੇਕ। ਏਕ ਅਨੇਕ ਕਹਿ ਮਿਲ ਗਿਆ ਏਕ ਸਮਾਨਾ ਏਕ। ਸ਼ਲੋਕ ਕਬੀਰ। ਟੇਕ ਏਕ ਰਗਨਾਥ ਸ਼ਲੋਕ ਮਹੱਲਾ ਨਾਵਾਂ। ਸਿਮਰਿਓ ਨਾਹੇ ਕਨਾਈ ਮਾਰੂ ਮਹੱਲਾ ਨਾਵਾਂ। ਹਰ ਜਪਿਓ ਸਾਰੰਗ ਪਾਣੀ ਹੈ। ਹਰ ਜਪੀਐ ਸਾਰੰਗ ਪਾਣੀ ਹੈ। ਅਕਾਲ ਪੁਰਖ ਦੇ ਅਰਥਾਂ ਤੋਂ ਛੁੱਟ ਇੱਕ ਜਗ੍ਹਾ ਸਾਰੰਗ ਪਾਣੀ ਔਰ ਮੁਰਾਰੀ ਨਾਮ ਗੁਰੂ ਰਾਮਦਾਸ ਜੀ ਦੇ ਬੋਧਕ ਹਨ। ਦੇਖੋ, ਗੁਰੂ ਅਰਜਨ ਸਾਹਿਬ ਜੀ ਦੀ ਲਾਹੌਰੋਂ ਲਿਖੀ ਪੱਤਰਕਾਰ। ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ। ਚਿਰ ਹੋਆ ਦੇਖੇ ਸਾਰੰਗ ਪਾਣੀ। ਆਓ ਮੇਰੇ ਸੱਜਣ ਮੀਤ ਮੁਰਾਰੇ ਜਿਉ। ਮਾਝ ਮਹੱਲਾ ਪੰਜਵਾਂ। ਸੋ ਇਸੇ ਪ੍ਰਕਾਰ ਬੇਸਨ ਕੀ ਮਾਇਆ ਤੇ ਹੋਏ ਭਿੰਨ ਗੌੜੀ ਸੁਖਮਨੀ ਮਹੱਲਾ ਪੰਜਵਾਂ। ਪਤ ਸਿਓ ਕਿਨ ਸਿਰੇ ਪਦਮਾਪਤ ਪਾਏ ਤਵੈ ਪ੍ਰਸਾਦ ਸਵਈਏ ਅਕਾਲ ਉਸਤਤ। ਜੇ ਨਰ ਸਿਰੇ ਪਤ ਕੇ ਪ੍ਰਸ ਹੈ ਪਗ ਸੁਦਾ ਸਵਈਏ ਅਕਾਲ ਉਸਤਤ। ਹੁਣ ਅੱਗੇ ਪ੍ਰਸੰਗ ਹੈ ਦੇਵੀ ਦੇਵਤਾ। ਆਪ ਦੇਵੀ ਔਰ ਦੇਵਤਿਆਂ ਨੂੰ ਵਰਦਾਇਕ ਮੰਨ ਕੇ ਉਹਨਾਂ ਦੀ ਉਪਾਸਨਾ ਕਰਦੇ ਹੋ ਔਰ ਇਹਨਾਂ ਦੇ ਇਤਨੇ ਭੇਦ ਕਲਪੇ ਹੋਏ ਹਨ ਕਿ ਕੋਈ ਵਿਦਵਾਨ ਹਿੰਦੂ ਵੀ ਪੂਰੀ ਗਿਣਤੀ ਕਰਕੇ ਨਹੀਂ ਦੱਸ ਸਕਦਾ ਕਿ ਇਤਨੇ ਦੇਵੀ ਦੇਵਤਾ ਹਨ। ਪਰ ਸਿੱਖ ਧਰਮ ਦੀ ਦੇਵੀ ਦੇਵਤਾ ਆਦਿਕ ਦੇ ਵਿਸ਼ੇ ਵਿੱਚ ਇਹ ਰਾਏ ਹੈ। ਮਾਇਆ ਮੋਹੇ ਦੇਵੀ ਸਭ ਦੇਵਾ। ਅੰਗ 227। ਭਰਮੇ ਸੁਰ ਨਰ ਦੇਵੀ ਦੇਵਾ। ਅੰਗ 258। ਬ੍ਰਹਮਾ ਬਿਸ਼ਨ ਮਹਾਦੇਵ ਮੋਹਿਆ। ਗੁਰਮੁਖ ਨਾਮ ਲੱਗੇ ਸੇ ਸੋਹਿਆ। ਆਸਾ ਮਹੱਲਾ ਪੰਜਵਾਂ। ਅੰਗ 394। ਬ੍ਰਹਮੈ ਵੇਦ ਬਾਣੀ ਪਰਗਾਸੀ। ਮਾਇਆ ਮੋਹ ਪਸਾਰਾ। ਮਹਾਦੇਵ ਗਿਆਨੀ ਵਰਤੈ ਘਰ ਆਪਣੈ। ਤਾਮਸ ਬਹੁਤ ਅਹੰਕਾਰਾ। ਵਡਹੰਸ ਮਹੱਲਾ ਤੀਜਾ। ਅੰਗ 559। ਸੋਰਠ ਰਾਗ ਵਿੱਚ ਲਿਖਿਆ ਹੈ। ਦੇਵੀ ਦੇਵਾ ਪੂਜੀਐ ਪਾਈ। ਕਿਆ ਮਾਗੋ ਕਿਆ ਦੇਹੇ। ਕਿਆ ਮਾਗੋ ਕਿਆ ਦੇਹੇ। ਅੰਗ 637। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਵਿੱਚ ਹਉਮੈ ਕਾਰ ਕਮਾਈ। ਜਿਨ ਕੀਏ ਤਿਸੈ ਨਾ ਚੇਤਹਿ ਬਪੜੇ। ਹਰ ਗੁਰਮੁਖ ਸੋਝੀ ਪਾਈ। ਸੂਹੀ ਮਹੱਲਾ ਚੌਥਾ। ਬਪੜੇ ਦਾ ਅਰਥ ਹੈ ਵਿਚਾਰੇ। ਬਿਲਾਵਲ ਦੀ ਵਾਰ ਵਿੱਚ ਲਿਖਿਆ ਹੈ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਭੂਲੇ। ਹਉਮੈ ਮੋਹ ਵਧਾਇਆ। ਕੋਟ ਦੇਵੀ ਜਾ ਕੋ ਸੇਵਹਿ। ਲਖਮੀ ਅਨਕ ਭਾਤ।
गुप्त परगट जाको आराध है, पावन पानी दिन सरात, आसा शंत महला पंजवां। मारू राग विच लिखिया है, ब्रह्मा बिसन ऋषि मुनि, शंकर इंद तपै पेखारी, मानै हुक्म सेहे दर साचै, आकी मरहे अफारी। आखी तो भाव मैं ही परमेश्वर हाँ, यह मनण वाले अभिमानी। मारू राग विच ही लिखिया है, ब्रह्मा बिसन महेश न कोई, अवर न दिसै एको सोई। अंग 1035। मारू राग विच ही लिखिया है, ब्रह्मा बिसन रुद्र, तिसकी सेवा, अंत न पावह अलख भेवा। अंग 1053। कोट सूर जाकै परगास, कोट महादेव अर कबलास। कबलास तो भाव कैलाश, मिलियंस ऑफ शिवास एंड कैलाश माउंटेन्स। कोट सूर जाकै परगास, कोट महादेव अर कबलास। दुर्गा कोट जाकै मर्दन करै, ब्रह्मा कोट वेद उचरै। जो जाचो तो केवल राम, आन देव स्यो नाही काम। रहाओ। भैरो कबीर, अंग 1162। महिमा न जानह वेद, ब्रह्मे नहीं जानह भेद। शंकरा नहीं जानह पेव, खोजन हारे देव। देविया नहीं जानह मरम, सब ऊपर अलख पार ब्रह्म। रामकली महला पंजवां। अंग 894। ईश्वर ब्रह्मा देवी देवा, इंद्र तपे मुन तेरी सेवा। मारू महला पहला। अंग 1034। कबीर हर का सिमरन छाड़ कै, अहोई राखै नार। गद ही होए कै अवतरै, भार सहै मन चार। सलोक कबीर। अहोई इस तो भाव आसू ਦੇ ਨਰਾਤਿਆਂ ਵਿੱਚ ਦੇਵੀ ਦੀ ਮਿੱਟੀ ਦੀ ਮੂਰਤੀ ਬਣਾ ਕੇ ਇਸਤਰੀਆਂ ਕੰਧਾਂ ਪਰ ਲਾਉਂਦੀਆਂ ਔਰ ਪੂਜਦੀਆਂ ਹਨ, ਜਿਸ ਦਾ ਪ੍ਰਸਿੱਧ ਨਾਮ ਸਾਂਝੀ ਹੈ। ਫਿਰ ਕਤਕਵਦੀ 8 ਦਾ ਬ੍ਰਤ ਰੱਖ ਕੇ ਪੂਜਨ ਸਮਾਪਤ ਕਰਦੀਆਂ ਹਨ ਔਰ ਕਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ ਹਨ। ਅਹੋਈ ਦਾ ਮੇਲਾ ਮਥੁਰਾ ਦੇ ਜ਼ਿਲ੍ਹੇ ਵਿੱਚ ਰਾਧਾ ਕੁੰਡ ਪਰ ਕਤਕਵਦੀ 8 ਨੂੰ ਬੜਾ ਭਾਰੀ ਹੁੰਦਾ ਹੈ। ਅਕਾਲ ਉਸਤਤ ਵਿੱਚ ਲਿਖਿਆ ਹੈ, ब्रह्म महेश बिसन सचीपत, अंत फसे जम फास परेंगे। जे नर सिरी पत के प्रस हैं पग, ते नर फेर ना देह धरांगे। जेह कोट इंद्र निरपार, जेह कोट इंद्र निरपार। कई ब्रह्म बिसन विचार, कई राम कृष्ण रसूल। बिन भगत को ना कबूल। अकाल उस्तत। को दिजेस को मानत है, और को महेश को एस बताया है। को कहे बिष्णु बिसनायक, जाहे भजे अग ओग कटै है। 12,000 विचार अरे जड़, अंत समय सब ही तज जय है। ताही को ध्यान परमाण ही ये, जो था अब है और आगेऊ वह है। कोटक इंद्र करे जेह के, कई कोट उपिंदर बनाए खपायो। उपिंदर तो भाव वामन। कई कोट उपिंदर बनाए खपायो। दानव देव फनिंद धराधर, पछ पशु न जात गिनायो। आज लगे तप साधत हैं,
शिव ऊ ब्रह्मा कछु पार ना पायो, वेद कतेब ना भेद लख्यो जेह, सो गुरु गुर मोहे बतायो, 33 वैये पातशाही 10वीं। सोई गुरु गुर, दूसरे गुर तो भाव है मेरे गुरु सतगुरु तेग बहादुर साहिब जी ने मैनू दस्या है कि अकाल ही सब दा गुरु है। लख लख ब्रह्मे वेद पढ़, इकस अखर भेद न जाता, जोग ध्यान महेश लख, रूप न रेख न भेख पछाता, लख अवतार आकार कर तिल, विचार न बिसन पछाता, दात लुभाए विसारण जाता। वार भाई गुरदास जी। गुरु का सिख मट बुत तीरथ, देवी देवता बरत पूजा, मंत्र जंतर पीर ब्राह्मण, तर्पण ज्ञात्री, किते वल चित देवै नहीं, रहत नामा भाई दया सिंह जी। सो गुरु प्यारे गुरु सवारी साध संगत जी, ਅੱਜ ਦਾ ਇਹ ਪ੍ਰਸੰਗ ਆਪਾਂ ਇੱਥੇ ਹੀ ਸੰਕੋਚਦੇ ਹਾਂ। ਕੱਲ ਮੁੜ ਫਿਰ ਸ਼ੁਰੂ ਕਰਾਂਗੇ। ਸੋ ਸਾਧ ਸੰਗਤ ਜੀ, ਇਹ ਜਿਤਨੇ ਵੀ ਸਵਾਲ ਹਨ ਹਿੰਦੂਆਂ ਵੱਲੋਂ, ਇਹ ਕਿਸੇ ਆਮ ਹਿੰਦੂ ਵੱਲੋਂ ਸਵਾਲ ਨਹੀਂ ਹਨ। ਇਹ ਬਹੁਤ ਹੀ ਵਿਦਵਾਨ ਹਿੰਦੂਆਂ ਵੱਲੋਂ ਸਵਾਲ ਕੀਤੇ ਗਏ ਹਨ, ਜਿਨ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਚੋਂ, ਦਸਮ ਗ੍ਰੰਥ ਸਾਹਿਬ ਚੋਂ ਤੇ ਹੋਰ ਸਿੱਖਾਂ ਦੇ ਅਨੇਕ ਧਾਰਮਿਕ ਗ੍ਰੰਥਾਂ ਵਿੱਚੋਂ ਚੁਣ ਚੁਣ ਕੇ ਪੰਕਤੀਆਂ ਕੱਢ ਕੱਢ ਕੇ ਸਿੱਖਾਂ ਦੇ ਅੱਗੇ ਰੱਖੀਆਂ ਕਿ ਦੇਖੋ ਭਾਈ, ਆਪ ਦੇ ਗ੍ਰੰਥਾਂ ਵਿੱਚ ਸਾਡੇ ਬਾਬਤ ਇਹ ਕੁਝ ਲਿਖਿਆ ਹੈ। ਪਰ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਉਹਨਾਂ ਹੀ ਪੰਕਤੀਆਂ ਨੂੰ ਲੈ ਕੇ ਉਹਨਾਂ ਦੇ ਪੂਰੇ ਦਰੁਸਤ ਅਰਥ ਦੱਸ ਕੇ ਉਹਨਾਂ ਦੇ ਉੱਤਰ ਬਹੁਤ ਹੀ ਬਾਖੂਬੀ ਨਾਲ ਦਿੱਤੇ ਹਨ। ਔਰ ਇਹ ਇੱਥੋਂ ਤੱਕ ਕਿ ਸਾਡੇ ਆਪਣੇ ਕੁਝ ਸਿੱਖਾਂ ਦੇ ਵੀ ਜੋ ਸ਼ੰਕੇ ਸਨ, ਉਹਨਾਂ ਨੂੰ ਵੀ ਬਹੁਤ ਹੱਦ ਤੱਕ ਦੂਰ ਕਰਨ ਦਾ ਯਤਨ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਕੀਤਾ ਹੈ। ਸੋ ਰਹੋ ਵਿਚਾਰ, ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।